जब लो नहीं भाग लिलारे उदय, तब लो भ्रमते फिरते बहुतायो। कल घोर समुंदर में डूबत थे, कब हूँ मिट है नहीं रे पछतायो। तत विचार यह मथुरा, जग तारन को अवतार बनायो। जपयो जिन अर्जुन देव गुरु, फिर संकट जोन गर्भ न आयो। तरण गगन नभ खंड में, जोत स्वरूपी रहयो पर। पन मथुरा कछ भेद नहीं, गुर अर्जुन परतख हर। पन मथुरा कछ भेद नहीं, गुर अर्जुन परतख हर। परम सत्कारयोग जुगो जुग अटल, चवर छतर तख्त दे मालक, दसां पातशाहियां दी जोत, गुरगद्दी ते विराजमान, धन श्री गुरु ग्रंथ साहिब महाराज जी दे पवित्र हजूरी दे अंदर हाजरियां भर रही सतगुरु जी की साजी नवाजी, गुरु रूप गुरु खालसा साध संगत जी, सब तो पहला गुरफतेह बुलाओ, सत्कार सहित आखो जी वाहिगुरु जी का खालसा वाहिगुरु जी की फतेह। अज पंचम पातशाह धन श्री गुरु अर्जुन देव महाराज जी का शहीदी दिहाड़ा है। भट्टां ने गुरु अर्जुन देव साहिब की सिफत करदियां शब्द लिखे हैं। तरण गगन नभ खंड मह, जोत स्वरूपी रहयो पर। पन मथुरा कछ भेद नहीं, गुर अर्जुन परतख हर। भट्ट मथुरा जी कहते हैं गुरु अर्जुन देव जी परतख हर हैं, परतख रब। गुरु अर्जुन देव जी नूं समय की हकूमत ने तती तवी ते बैठा के तता रेत सतगुरु दे सीस विच पा के शहीद किया। सतगुरु की शहादत लाशानी है। गुरु अर्जुन देव महाराज जी नूं शहीदां दा सरताज कहा जाता है। जदों असीं इतिहास नूं वाचदे हां तां गुरु अर्जुन देव जी की शहादत के कई कारण साडे सामने आउंदे हन। महाराज गुरु अर्जुन देव जी
1563 ਈਸਵੀ ਨੂੰ ਸਤਿਗੁਰੂ ਦਾ ਪ੍ਰਕਾਸ਼ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਹੋਇਆ। ਸਤਿਕਾਰਯੋਗ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ, ਸਤਿਕਾਰਯੋਗ ਮਾਤਾ ਭਾਨੀ ਜੀ, ਤਕਰੀਬਨ 11.5 ਸਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਰਹੇ। ਨਾਨਾ ਗੁਰੂ ਅਮਰਦਾਸ ਜੀ ਮਹਾਰਾਜ ਤੇ ਬਚਪਨ ਵਿੱਚ ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਦੋਹਤੇ ਦੇ ਤਾਈਂ ਬਚਨ ਕਹੇ ਸਨ, ਭਾਰੀ ਗੁਰੂ ਹੋਵੇਗਾ। ਦੂਜਾ ਬਚਨ ਕਿਹਾ ਸੀ, ਦੋਹਿਤਾ ਬਾਣੀ ਕਾ ਬੋਹਿਥਾ, ਸਾਡਾ ਇਹ ਦੋਹਤਾ ਬਾਣੀ ਦਾ ਬੋਹਿਥ ਜਹਾਜ਼ ਰਚੇਗਾ। ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਦਿੱਤੀ। ਗੁਰਿਆਈ ਪ੍ਰਾਪਤ ਕਰਨ ਤੋਂ ਉਪਰੰਤ ਸਤਿਗੁਰੂ ਰਾਮਦਾਸ ਜੀ ਮਹਾਰਾਜ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਆ ਗਏ। ਗੁਰੂ ਰਾਮਦਾਸ ਮਹਾਰਾਜ ਜੀ ਦੇ ਜਦੋਂ ਇੱਥੇ ਆਏ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ, ਗੁਰਗੱਦੀ 'ਤੇ ਸੁਸ਼ੋਭਿਤ ਹੋ ਕੇ ਸੰਗਤਾਂ ਨੂੰ ਨਿਹਾਲ ਕਰਨ ਲੱਗੇ। 3 ਪੁੱਤਰ ਹਨ ਗੁਰੂ ਰਾਮਦਾਸ ਜੀ ਦੇ। ਵੱਡਾ ਹੈ ਪ੍ਰਿਥੀ ਚੰਦ, ਉਹਦੇ ਤੋਂ ਛੋਟੇ ਨੇ ਬਾਬਾ ਮਹਾਦੇਵ ਜੀ, ਸਭ ਤੋਂ ਛੋਟੇ ਹਨ ਗੁਰੂ ਅਰਜਨ ਦੇਵ ਜੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਗੁਰੂ ਰਾਮਦਾਸ ਜੀ ਦਾ ਹਰ ਹੁਕਮ ਪ੍ਰਸੰਨ ਚਿੱਤ ਹੋ ਕੇ ਮੰਨਦੇ ਹੈ। ਪ੍ਰਿਥੀ ਚੰਦ ਦਾ ਸ਼ੁਰੂ ਤੋਂ ਹੀ ਸੁਭਾਅ ਦਾ ਵੱਖਰਾ ਸੀ। ਉਹਨੂੰ ਇਉਂ ਲੱਗਦਾ ਸੀ, ਇਉਂ ਜਾਪਦਾ ਸੀ ਕਿ ਗੁਰੂ ਘਰ ਦਾ ਪ੍ਰਬੰਧ ਸਾਰਾ ਮੇਰੇ ਸਿਰ 'ਤੇ ਹੀ ਚੱਲਦਾ ਹੈ। ਜਦ ਸਮਾਂ ਆਇਆ ਗੁਰਿਆਈ ਦੇਣ ਦਾ, ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰਤਾ ਗੱਦੀ ਦੇ ਉੱਤੇ ਆਪਣੇ ਸਭ ਤੋਂ ਛੋਟੇ ਪੁੱਤਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਿਠਾਇਆ। ਪ੍ਰਿਥੀ ਚੰਦ ਚਾਹੁੰਦਾ ਸੀ ਗੁਰਗੱਦੀ ਮੈਨੂੰ ਮਿਲੇ, ਪਰ ਇਹ ਤਾਂ ਜਿਹਦੀ ਵਸਤੂ ਹੈ ਉਹਦੇ ਕੋਲ ਹੀ ਆਉਣੀ ਹੁੰਦੀ ਹੈ। ਪ੍ਰਿਥੀ ਚੰਦ ਨੇ ਬਹੁਤ ਵਿਰੋਧਤਾ ਕੀਤੀ, ਸੰਗਤਾਂ ਨੂੰ ਬੜੇ ਭਰਮ ਭੁਲੇਖੇ ਪਾਏ, ਗੱਦੀ ਲਾ ਕੇ ਬੈਠਣ ਲੱਗ ਪਿਆ। ਸੰਗਤਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਆਉਣ ਨਾ ਦੇਵੇ। ਗੁਰਗੱਦੀ ਨੂੰ ਪ੍ਰਾਪਤ ਕਰਨ ਵਾਸਤੇ ਇਹਨੇ ਹਕੂਮਤ ਤੱਕ ਪਹੁੰਚ ਕੀਤੀ। ਹਮਲੇ ਬੜੇ ਕੀਤੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਦੋਂ ਪ੍ਰਕਾਸ਼ ਹੁੰਦਾ ਹੈ ਵਡਾਲੀ, ਇਹ ਉਦੋਂ ਵੀ ਹਮਲੇ ਕਰਦਾ ਹੈ। ਪ੍ਰਿਥੀ ਚੰਦ ਨੇ ਸੁਲਹੀ ਖਾਂ ਨੂੰ ਮਿਲ ਕੇ ਮਹਾਰਾਜ ਜੀ ਦੇ ਉੱਤੇ ਫੌਜ ਚੜ੍ਹਾ ਕੇ ਲਿਆਂਦੀ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਸੰਗਤਾਂ ਵਿੱਚ ਬੈਠੇ ਹੈ, ਸਭ ਤੋਂ ਪਹਿਲਾਂ ਸੁਲਹੀ ਖਾਂ ਨੇ ਆਪਣੇ ਭਤੀਜੇ ਸੁਲਭੀ ਨੂੰ ਭੇਜਿਆ। ਸਤਿਗੁਰੂ ਨੂੰ ਖਬਰ ਪਹੁੰਚਦੀ ਹੈ, ਮਹਾਰਾਜ ਸੁਭਾਵਕ ਬਚਨ ਕਰਦੇ ਹੈ। ਮਹਾਰਾਜ ਕਹਿੰਦੇ ਉਹ ਇੱਥੋਂ ਤੱਕ ਪਹੁੰਚ ਹੀ ਨਹੀਂ ਸਕੇਗਾ। ਸੁਲਹੀ ਖਾਂ ਦਾ ਭਤੀਜਾ ਜਦੋਂ ਫੌਜ ਲੈ ਕਰਕੇ ਬਿਆਸ ਦਰਿਆ ਦੇ ਕੋਲ ਪਹੁੰਚਦਾ ਹੈ, ਇੱਥੇ ਇਹਦੀ ਫੌਜ ਦਾ ਇੱਕ ਜਰਨੈਲ ਜਿਹਦਾ ਨਾਮ ਸੈਯਦ ਹਸਨ ਅਲੀ ਇਤਿਹਾਸ ਨੇ ਲਿਖਿਆ ਹੈ। ਉਹਦੀ ਤਨਖਾਹ ਲੰਮੇ ਸਮੇਂ ਤੋਂ ਰੁਕੀ ਹੋਈ ਸੀ। ਉਹਨੇ ਆਪਣੀ ਤਨਖਾਹ ਮੰਗੀ ਕਿ ਮੈਨੂੰ ਮੇਰੀ ਤਨਖਾਹ ਚਾਹੀਦੀ ਹੈ, ਇੰਨਾ ਸਮਾਂ ਹੋ ਗਿਆ ਤਨਖਾਹ ਨਹੀਂ ਦਿੱਤੀ।
ਸੁਲਹੀ ਖਾਂ ਦਾ ਭਤੀਜਾ ਉਹਨੂੰ ਗਾਲਾਂ ਕੱਢਣ ਲੱਗ ਪਿਆ। ਗੱਲ ਵੱਧ ਗਈ ਅਤੇ ਸੈਯਦ ਹਸਨ ਅਲੀ ਨੇ ਆਪਣੀ ਤਲਵਾਰ ਕੱਢ ਕੇ ਐਸਾ ਵਾਰ ਕੀਤਾ, ਸੁਲਹੀ ਖਾਂ ਦਾ ਭਤੀਜਾ ਉੱਥੇ ਹੀ ਮਾਰਿਆ ਗਿਆ। ਗੁਰੂ ਘਰ ਤੱਕ ਪਹੁੰਚ ਹੀ ਨਹੀਂ ਸਕੇ, ਜਿਹੜੇ ਗੁਰੂ ਅਰਜਨ ਦੇਵ ਜੀ ਦੇ ਉੱਤੇ ਚੜ੍ਹਾਈ ਕਰਕੇ ਆ ਰਹੇ ਸੀ। ਪ੍ਰਿਥੀ ਚੰਦ ਨੇ ਵੇਖਿਆ ਉਹਦੀ ਇਹ ਵੀ ਚਾਲ ਸਾਰੀ ਨਿਸਫਲ ਚਲੀ ਗਈ। ਫਿਰ ਸੁਲਹੀ ਖਾਂ ਕੋਲ ਪੁੱਜਿਆ, ਦੱਸਿਆ ਵੀ ਤੇਰੇ ਫੌਜ ਦੇ ਇੱਕ ਜਰਨੈਲ ਨੇ ਤੇਰੇ ਭਤੀਜੇ ਨੂੰ ਮਾਰ ਦਿੱਤਾ ਹੈ। ਸੁਲਹੀ ਖਾਂ ਬਹੁਤ ਰੋਇਆ। ਫਿਰ ਉਹ ਆਪ ਫੌਜ ਚੜ੍ਹਾ ਕੇ ਲੈ ਕੇ ਆਇਆ। ਪਹਿਲੋਂ ਉਹ ਪ੍ਰਿਥੀ ਚੰਦ ਦੇ ਕੋਲ ਆਇਆ। ਗੁਰਸਿੱਖਾਂ ਨੂੰ ਜਦੋਂ ਪਤਾ ਲੱਗਾ ਸੁਲਹੀ ਖਾਂ ਆਪ ਚੜ੍ਹਾਈ ਕਰਕੇ ਆ ਰਿਹਾ ਹੈ, ਮਹਾਰਾਜ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਆਪਾਂ ਨੂੰ ਕੁਝ ਕਰਨਾ ਚਾਹੀਦਾ ਹੈ। ਸੁਲਹੀ ਖਾਂ ਵੱਲ ਚਿੱਠੀ ਲਿਖ ਕੇ ਭੇਜੀਏ, ਭਾਈ ਤੇਰਾ ਗੁਰੂ ਘਰ ਦੇ ਨਾਲ ਕੀ ਵੈਰ ਹੈ ਜੋ ਤੂੰ ਚੜ੍ਹਾਈ ਕਰਕੇ ਆ ਰਿਹਾ? ਕੋਈ ਗੱਲਬਾਤ ਹੈ ਤਾਂ ਦੱਸ, ਨਹੀਂ ਤਾਂ ਦੋ ਸਿਆਣੇ ਸੂਝਵਾਨ ਬੰਦੇ ਭੇਜੇ ਜਾਣ, ਜਿਹੜੇ ਜਾ ਕਰਕੇ ਸੁਲਹੀ ਖਾਂ ਦੇ ਨਾਲ ਗੱਲਬਾਤ ਕਰਨ। ਜੇ ਇਹ ਦੋਵੇਂ ਗੱਲਾਂ ਨਹੀਂ ਕਰਨੀਆਂ ਤਾਂ ਤੀਜਾ ਕੋਈ ਫਿਰ ਹੋਰ ਉਪਾਅ ਯਤਨ ਕਰਨਾ ਚਾਹੀਦਾ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਕਿਹਾ, ਤੁਸੀਂ ਸ਼ਾਂਤ ਰਹੋ, ਪਰਮਾਤਮਾ ਦਾ ਨਾਮ ਜਪੋ। ਸੁਲਹੀ ਖਾਂ ਇੱਥੋਂ ਤੱਕ ਪਹੁੰਚ ਨਹੀਂ ਸਕੇਗਾ। ਜੋ ਗੁਰਸਿੱਖਾਂ ਦੀ ਸਲਾਹ ਹੋਈ, ਜਿਵੇਂ ਜਿਵੇਂ ਗੱਲਾਂ ਬਾਤਾਂ ਹੋਈਆਂ, ਮਹਾਰਾਜ ਨੇ ਉਹ ਸ਼ਬਦ ਉਚਾਰਿਆ ਹੈ ਬਾਣੀ ਦੇ ਵਿੱਚ, ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨੁਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਤੇ ਆਇਆ। ਮਹਾਰਾਜ ਕਹਿੰਦੇ ਮੈਂ ਪਰਮੇਸ਼ਰ ਨੂੰ ਸਿਮਰਿਆ ਹੈ, ਉਹਦੇ 'ਤੇ ਟੇਕ ਰੱਖੋ, ਉਹਨੇ ਇੱਥੋਂ ਤੱਕ ਨਹੀਂ ਪਹੁੰਚ ਪਾਉਣਾ। ਹੋਇਆ ਕਿ ਸੁਲਹੀ ਖਾਂ ਘੋੜੇ 'ਤੇ ਸਵਾਰ ਹੋਇਆ, ਨਾਲ ਉਹਦੇ ਸਾਥੀ ਪ੍ਰਿਥੀ ਚੰਦ ਵੀ ਦੂਜੇ ਘੋੜੇ 'ਤੇ ਸਵਾਰ ਹੈ। ਬਾਹਰ ਨਿਕਲੇ ਘੁੰਮਣ ਫਿਰਨ ਵਾਸਤੇ, ਆਵੇ ਲੱਗੇ ਹੋਏ ਸੀ। ਸੁਲਹੀ ਖਾਂ ਆਵੇ 'ਤੇ ਜਾ ਚੜ੍ਹਿਆ ਘੋੜੇ ਸਮੇਤ, ਅਤੇ ਉੱਥੇ ਉਹਦਾ ਘੋੜਾ ਤਰਬਕਿਆ ਐਸਾ ਕਿ ਸੁਲਹੀ ਖਾਂ ਉਸ ਆਵੇ ਦੇ ਵਿੱਚ ਡਿੱਗ ਗਿਆ। ਅੱਗ ਜ਼ਿਆਦਾ ਸੀ, ਉਸੇ ਵੇਲੇ ਨਾਲ ਦੇ ਸੰਗੀ ਸਾਥੀ ਸੁਲਹੀ ਨੂੰ ਕੱਢ ਨਾ ਪਾਏ। ਇਹਦੇ ਹੱਥ ਵਿੱਚ ਦਾਤਰ ਫੜਿਆ ਹੋਇਆ ਸੀ, ਉਹੀ ਨਾਲ ਇਹਦੇ ਸਿਰ 'ਤੇ ਵੱਜਿਆ ਅਤੇ ਅੱਗ ਦੇ ਵਿੱਚ ਸੜ ਕੇ ਸੁਲਹੀ ਖਾਂ ਦੀ ਮੌਤ ਹੋ ਗਈ। ਪ੍ਰਿਥੀ ਚੰਦ ਬੜਾ ਰੋਇਆ, ਪਛਤਾਇਆ, ਪਰ ਮਰਿਆ ਬੰਦਾ ਕਿੱਥੇ ਵਾਪਸ ਆਉਂਦਾ ਹੈ। ਬਾਕੀ ਜਿੰਨੀ ਫੌਜ ਸੀ ਸਾਰੀ ਵਾਪਸ ਚਲੀ ਗਈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸੁਨੇਹਾ ਮਿਲਿਆ, ਸੁਲਹੀ ਖਾਂ ਰਸਤੇ ਵਿੱਚ ਮਰ ਗਿਆ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਦਾ ਸ਼ਬਦ ਉਚਾਰਿਆ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾਪਾਕ। ਮਹਾਰਾਜ ਕਹਿੰਦੇ ਸਾਡੀ ਰੱਖਿਆ ਰੱਬ ਨੇ ਕੀਤੀ ਹੈ, ਉਹਦਾ ਹੱਥ ਨਹੀਂ ਪਹੁੰਚ ਪਾਇਆ ਇੱਥੋਂ ਤੱਕ। ਸੁਲਹੀ ਹੋਏ ਮੂਆ ਨਾਪਾਕ, ਨਾਪਾਕ ਕਹਿੰਦੇ ਅਪਵਿੱਤਰ ਹੋ ਕੇ ਸੁਲਹੀ ਖਾਂ ਮਰਿਆ ਹੈ। ਕਿਉਂਕਿ ਇਸਲਾਮ ਦੇ ਵਿੱਚ ਅੱਗ ਦੇ ਵਿੱਚ ਸਾੜੇ ਜਾਣ ਨੂੰ ਅਪਵਿੱਤਰ ਸਮਝਿਆ ਜਾਂਦਾ, ਇਸੇ ਕਰਕੇ ਉਹ ਮੁਰਦੇ ਨੂੰ ਦਫਨਾਉਂਦੇ ਐ, ਸਾੜਦੇ ਨਹੀਂ। ਵੈਰ ਵਿਰੋਧ ਕਰਦਾ ਰਿਹਾ ਪ੍ਰਿਥੀ ਚੰਦ, ਅਖੀਰ ਫਿਰ ਆਪ ਵੀ ਸੰਸਾਰ ਤੋਂ ਚੱਲ ਵਸਿਆ।
ਜਿੱਥੇ ਪ੍ਰਿਥੀ ਚੰਦ ਦੀ ਵਿਰੋਧਤਾ ਸੀ ਸਤਿਗੁਰੂ ਦੀ ਸ਼ਹਾਦਤ ਦੇ ਵਿੱਚ, ਉੱਥੇ ਚੰਦੂ ਦੀ ਲੜਕੀ ਦਾ ਰਿਸ਼ਤਾ ਮੋੜਨਾ ਇੱਕ ਇਹ ਵੀ ਕਾਰਨ ਸੀ, ਪਰ ਇਹ ਬਹੁਤ ਵੱਡਾ ਕਾਰਨ ਨਹੀਂ ਸੀ। ਇਹ ਆਮ ਗੱਲਾਂ ਹੁੰਦੀਆਂ ਨੇ ਸੰਸਾਰ ਦੇ ਵਿੱਚ। ਜੇ ਆਪਾਂ ਕਹੀਏ ਵੀ ਚੰਦੂ ਦੀ ਲੜਕੀ ਦਾ ਰਿਸ਼ਤਾ ਨਹੀਂ ਲਿਆ ਤਾਂ ਮਹਾਰਾਜ ਦੀ ਸ਼ਹੀਦੀ ਹੋਈ, ਨਹੀਂ। ਚੰਦੂ ਦੀ ਲੜਕੀ ਦਾ ਰਿਸ਼ਤਾ ਮੋੜਨ 'ਤੇ ਏਡੀ ਵੱਡੀ ਸ਼ਹਾਦਤ ਕਦੇ ਨਹੀਂ ਹੋ ਸਕਦੀ। ਕਾਰਨ ਹੋਰ ਸੀ, ਇਹ ਛੋਟਾ ਕਾਰਨ ਸੀ ਤੇ ਚੰਦੂ ਨੇ ਹਿੱਸਾ ਵੱਧ ਚੜ੍ਹ ਕੇ ਲਿਆ ਵੀ ਜੇ ਮੇਰੀ ਲੜਕੀ ਦਾ ਰਿਸ਼ਤਾ ਮੋੜਿਆ ਤੇ ਮੈਂ ਬਦਲਾ ਜ਼ਰੂਰ ਲਵਾਂ। ਇਹਦੀ ਲੜਕੀ ਦਾ ਨਾਂ ਸੀ ਸਦਾ ਕੌਰ। ਲਾਗੀਆਂ ਨੂੰ ਭੇਜਿਆ ਕੋਈ ਯੋਗ ਵਰ ਵੇਖ ਕੇ ਆਓ। ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਉਹ ਰਿਸ਼ਤਾ ਪੱਕਾ ਕਰ ਗਏ। ਜਦੋਂ ਜਾ ਕੇ ਲਾਗੀਆਂ ਨੇ ਦੱਸਿਆ ਕਿ ਗੁਰੂ ਅਰਜਨ ਦੇਵ ਦੇ ਪੁੱਤਰ ਹਨ, ਤਾਂ ਇਹ ਚੰਦੂ ਬਹੁਤ ਹੰਕਾਰਿਆ ਹੋਇਆ ਕਹਿੰਦਾ ਤੁਸੀਂ ਤਾਂ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਆ। ਸੰਗਤਾਂ ਨੂੰ, ਦਿੱਲੀ ਦੀਆਂ ਨੂੰ ਪਤਾ ਲੱਗਾ। ਸੰਗਤਾਂ ਨੇ ਬਹੁਤ ਗੁੱਸਾ ਮਨਾਇਆ ਵੀ ਇਹ ਆਪਣੇ ਆਪ ਵੱਡਾ ਬਣਿਆ ਬੈਠਾ ਹੈ। ਚੁਬਾਰੇ ਦੀ ਇੱਟ ਮੋਰੀ, ਮੋਰੀ ਦਾ ਮਤਲਬ ਹੁੰਦਾ ਜਿਹੜੀ ਘਰ ਦੀ ਨਾਲੀ ਹੁੰਦੀ ਹੈ ਜਿਹਦੇ 'ਚ ਗੰਦਾ ਪਾਣੀ ਨਿਕਲਦਾ ਹੈ। ਕਹਿੰਦਾ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਦਿੱਤੀ। ਸੰਗਤਾਂ ਨੇ ਚਿੱਠੀ ਲਿਖ ਕੇ ਮਹਾਰਾਜ ਗੁਰੂ ਅਰਜਨ ਦੇਵ ਨੂੰ ਭੇਜੀ ਵੀ ਇਸ ਤਰ੍ਹਾਂ ਚੰਦੂ ਕਹਿੰਦਾ ਇਹਦੀ ਲੜਕੀ ਦਾ ਰਿਸ਼ਤਾ ਪ੍ਰਵਾਨ ਨਾ ਕੀਤਾ ਜਾਏ। ਸੰਗਤ ਦੀ ਅਰਦਾਸ ਨੂੰ ਸਤਿਗੁਰੂ ਨੇ ਪ੍ਰਵਾਨ ਕੀਤਾ। ਚੰਦੂ ਦੀ ਲੜਕੀ ਦਾ ਰਿਸ਼ਤਾ ਮੋੜ ਦਿੱਤਾ ਵੀ ਅਸੀਂ ਇਹਦੀ ਲੜਕੀ ਦਾ ਰਿਸ਼ਤਾ ਆਪਣੇ ਪੁੱਤਰ ਦੇ ਤਾਈਂ ਨਹੀਂ ਲਵਾਂਗੇ। ਚੰਦੂ ਇਸ ਗੱਲੋਂ ਖਿੱਝਦਾ ਸੀ। ਹਕੂਮਤ ਦੇ ਕੋਲ ਉਹਨੇ ਬਹੁਤ ਸ਼ਿਕਾਇਤਾਂ ਕੀਤੀਆਂ, ਪਰ ਉਦੋਂ ਚੰਦੂ ਦਾ ਵੱਸ ਨਾ ਚੱਲਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਸਭ ਤੋਂ ਵੱਡਾ ਕਾਰਨ ਇਹ ਸੀ ਜਹਾਂਗੀਰ ਦੀ ਤਵੱਸਬੀ ਨੀਤੀ। ਖਾਸ ਕਰਕੇ ਦੋ ਉਹ ਬੰਦੇ ਜਿਹੜੇ ਹਿੰਦੁਸਤਾਨ ਦੀ ਧਰਤੀ 'ਤੇ ਇਸਲਾਮ ਦੇ ਪੈਰ ਪਸਾਰਨਾ ਚਾਹੁੰਦੇ ਸੀ, ਅਤੇ ਗੁਰੂ ਨਾਨਕ ਸਾਹਿਬ ਦਾ ਘਰ ਇਸ ਕੰਮ ਦੇ ਵਿੱਚ ਵੱਡੀ ਰੁਕਾਵਟ ਸੀ। ਉਹ ਸਮਝਦੇ ਸੀ। ਸ਼ੇਖ ਅਹਿਮਦ ਸਰਹੰਦੀ ਤੇ ਫਰੀਦ ਬੁਖਾਰੀ, ਜਿਹਨੂੰ ਬਾਅਦ ਵਿੱਚ ਮੁਰਤਜ਼ਾ ਖਾਂ ਦੀ ਉਪਾਧੀ ਦਿੱਤੀ ਜਹਾਂਗੀਰ ਨੇ। ਸ਼ੇਖ ਅਹਿਮਦ ਸਰਹੰਦੀ ਇਹ ਚਾਹੁੰਦਾ ਸੀ ਹਿੰਦੁਸਤਾਨ ਦੀ ਧਰਤੀ 'ਤੇ ਸਾਰੇ ਪਾਸੇ ਇਸਲਾਮ ਹੀ ਇਸਲਾਮ ਹੋਵੇ। ਅਕਬਰ ਦੇ ਹੁੰਦਿਆਂ ਉਹਨੇ ਯਤਨ ਕੀਤਾ, ਪਰ ਉਦੋਂ ਅਕਬਰ ਨੇ ਸੁਣੀ ਨਹੀਂ ਉਹਦੀ। ਅਕਬਰ ਦਾ ਰਸੂਖ ਗੁਰੂ ਘਰ ਦੇ ਨਾਲ ਚੰਗਾ ਸੀ। ਅਕਬਰ ਦਾ ਪੁੱਤਰ ਸਲੀਮ, ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਬਾਪ ਨੂੰ ਮਾਰ ਕੇ ਹਿੰਦੁਸਤਾਨ ਦਾ ਬਾਦਸ਼ਾਹ ਬਣਨਾ ਚਾਹੁੰਦਾ ਸੀ, ਪਰ ਆਪਣੇ ਪੁੱਤਰ ਦੀਆਂ ਕਰਤੂਤਾਂ ਨੂੰ ਜਾਣ ਕੇ ਅਕਬਰ ਚਾਹੁੰਦਾ ਸੀ ਕਿ ਪੁੱਤਰ ਨੂੰ ਨਹੀਂ, ਪੋਤਰੇ ਨੂੰ ਮੈਂ ਗੱਦੀ ਦੇਵਾਂ, ਖੁਸਰੋ ਨੂੰ। ਸਲੀਮ ਨੂੰ ਤਖ਼ਤ 'ਤੇ ਬਿਠਾਉਣ ਵਾਸਤੇ ਸ਼ੇਖ ਅਹਿਮਦ ਸਰਹੰਦੀ ਉਹਨੂੰ ਮਿਲਿਆ ਤੇ ਮਿਲ ਕੇ ਇਹ ਗੱਲ ਕਹੀ ਵੀ ਇਸਲਾਮ ਦਾ ਵਾਧਾ ਚਾਹੀਦਾ ਹਿੰਦੁਸਤਾਨ ਦੀ ਧਰਤੀ 'ਤੇ। ਸਲੀਮ ਕਹਿੰਦਾ ਜੇ ਤੁਸੀਂ ਮੈਨੂੰ ਗੱਦੀ ਦਵਾ ਦੇਵੋ ਬਾਪ ਦੇ ਕੋਲੋਂ ਤੇ ਤੁਹਾਡਾ ਇਹ ਸੁਪਨਾ ਮੈਂ ਪੂਰਾ ਕਰ ਦਿਆਂਗਾ। ਸ਼ੇਖ ਅਹਿਮਦ ਸਰਹੰਦੀ ਕਹਿੰਦਾ ਹਰ ਯਤਨ ਕੀਤਾ ਜਾਏਗਾ। ਇੱਥੋਂ ਤੱਕ ਅਕਬਰ ਨੂੰ ਜਿਉਂਦੇ ਜੀ ਸਲੀਮ ਨੇ ਜ਼ਹਿਰ ਦੇ ਕੇ ਮਾਰਨ ਦਾ ਯਤਨ ਵੀ ਕੀਤਾ ਸੀ ਆਪਣੇ ਬਾਪ ਨੂੰ,
ਸਲੀਮ ਕੌਣ ਹੈ? ਜਿਹੜਾ ਗੱਦੀ ਤੇ ਬਹਿ ਕੇ ਜਹਾਂਗੀਰ ਆਪਣਾ ਨਾਮ ਰਖਾਉਂਦਾ ਹੈ। ਸਮਾਂ ਚੱਲਿਆ, ਅਕਬਰ ਦੇ ਕੋਲ ਵੀ ਸ਼ਿਕਾਇਤਾਂ ਕੀਤੀਆਂ ਕਈਆਂ ਨੇ ਕਿ ਇਹਨਾਂ ਨੇ ਜਿਹੜਾ ਗ੍ਰੰਥ ਰਚਿਆ ਹੈ ਉਹਦੇ ਵਿੱਚ ਇਸਲਾਮ ਦੀ ਤੌਹੀਨ ਹੈ। ਅਕਬਰ ਜਦੋਂ ਬਟਾਲੇ ਆਇਆ ਸੀ, ਉਸਨੇ ਗੁਰੂ ਘਰ ਤੱਕ ਪਹੁੰਚ ਕੀਤੀ। ਭਾਈ ਗੁਰਦਾਸ ਜੀ, ਬਾਬਾ ਬੁੱਢਾ ਸਾਹਿਬ ਜੀ ਸਤਿਕਾਰ ਸਹਿਤ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲੈ ਕੇ ਗਏ ਔਰ ਜਦੋਂ ਹੁਕਮਨਾਮਾ ਲਿਆ ਪ੍ਰਕਾਸ਼ ਕਰਕੇ, ਤਾਂ ਹੁਕਮਨਾਮਾ ਆਇਆ, ਖਾਕ ਨੂਰ ਕਰਦੰ ਆਲਮ ਦੁਨੀਆਏ, ਜਿਮੀ ਦਰਖਤ ਆਬ ਪੈਦਾਇਸ਼ ਖੁਦਾਏ। ਜੋ ਕੁਝ ਹੈ, ਹਵਾ ਪੌਣ ਪਾਣੀ, ਸਾਰਾ ਕੁਝ ਖੁਦਾ ਦਾ ਪੈਦਾ ਕੀਤਾ ਹੈ। ਅਕਬਰ ਕਹਿੰਦਾ, ਮੈਨੂੰ ਤਾਂ ਕੋਈ ਇਸਲਾਮ ਦੇ ਵਿਰੋਧ ਵਾਲੀ ਗੱਲ ਨਹੀਂ ਜਾਪਦੀ। ਕਹਿੰਦੇ ਹੋਰ ਅੰਗ ਥਲ ਕੇ ਪੜ੍ਹੋ। ਜਦੋਂ ਫਿਰ ਪੜ੍ਹਿਆ ਤੇ ਮਹਾਰਾਜ ਨੇ ਸ਼ਬਦ ਬਖਸ਼ਿਆ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਅਕਬਰ ਆਸ਼-ਆਸ਼ ਕਰ ਉੱਠਿਆ, ਕਹਿੰਦਾ ਇਹ ਤਾਂ ਕਲਾਮ ਹੀ ਬੜਾ ਪਾਕ ਪਵਿੱਤਰ ਹੈ। ਅਕਬਰ ਉਹਨੇ ਗੁਰੂ ਘਰ 'ਤੇ ਚੜ੍ਹਾਈ ਨਹੀਂ ਕੀਤੀ। ਗੁਰੂ ਘਰ ਦੇ ਨਾਲ ਉਹਦਾ ਰਸੂਖ ਚੰਗਾ ਸੀ। ਭਾਈ ਗੁਰਦਾਸ, ਬਾਬਾ ਬੁੱਢਾ ਸਾਹਿਬ ਜੀ ਵਾਪਸ ਆ ਗਏ। ਜਿਸ ਵੇਲੇ ਅਕਬਰ ਦੀ ਮੌਤ ਹੁੰਦੀ ਹੈ, ਉਹਦਾ ਪੁੱਤਰ ਸਲੀਮ ਤਖਤ 'ਤੇ ਬੈਠਦਾ ਹੈ ਤੇ ਆਪਣਾ ਨਾਂ ਰੱਖਦਾ ਹੈ ਜਹਾਂਗੀਰ। ਜਦੋਂ ਉਹ ਤਖਤ ਉੱਤੇ ਬਹਿ ਜਾਂਦਾ ਹੈ, ਫਿਰ ਸ਼ੇਖ ਅਹਿਮਦ ਸਰਹੰਦੀ ਤੇ ਫਰੀਦ ਬੁਖਾਰੀ ਇਹ ਕਹਿੰਦੇ ਵੀ ਹੁਣ ਮੌਕਾ ਹੈ ਵੀ ਆਪਣੀ ਮਨਪਸੰਦ ਦਾ ਬਾਦਸ਼ਾਹ ਤਖਤ 'ਤੇ ਬਹਿ ਗਿਆ ਹੈ, ਸਾਰੀ ਹਿੰਦੁਸਤਾਨ ਦੀ ਧਰਤੀ 'ਤੇ ਇਸਲਾਮ ਹੀ ਇਸਲਾਮ ਹੋਵੇ। ਸਲੀਮ ਨੂੰ ਮਿਲੇ, ਜਹਾਂਗੀਰ ਨੂੰ ਮਿਲੇ, ਸਾਰੀ ਗੱਲਬਾਤ ਦੱਸੀ। ਉਹ ਕਹਿੰਦਾ, ਦੱਸੋ ਮੈਂ ਕੀ ਕਰ ਸਕਦਾ ਇਸਲਾਮ ਦੇ ਵਾਧੇ ਲਈ। ਤੇ ਸ਼ੇਖ ਅਹਿਮਦ ਸਰਹੰਦੀ ਕਹਿੰਦਾ, ਸਭ ਤੋਂ ਵੱਡੀ ਰੁਕਾਵਟ ਗੁਰੂ ਨਾਨਕ ਦਾ ਘਰ ਹੈ। ਇਹਨਾਂ ਦੇ ਜੇ ਤੂਫਾਨੀ ਪ੍ਰਚਾਰ ਨੂੰ ਨਾ ਰੋਕ ਪਾਏ ਤਾਂ ਇਸਲਾਮ ਦੇ ਪੈਰ ਇੱਥੇ ਨਹੀਂ ਪਸਾਰੇ ਜਾ ਸਕਦੇ। ਉਹਨਾਂ ਨੂੰ ਖਤਮ ਕਰਨਾ। ਜਹਾਂਗੀਰ ਆਪ ਤਵੱਸਬੀ ਨੀਤੀ ਦਾ ਮਾਲਕ ਸੀ। ਉਹਦੀ ਲਿਖੀ ਹੋਈ ਤੁਜ਼ਕੇ ਜਹਾਂਗੀਰੀ ਤੋਂ ਇਸ ਗੱਲ ਦਾ ਪਤਾ ਲੱਗਦਾ ਹੈ। ਉਹਦੇ ਵਿੱਚ ਉਹ ਆਪ ਲਿਖਦਾ ਹੈ, ਬਿਆਸ ਦਰਿਆ ਦੇ ਕੰਢੇ 'ਤੇ 3-4 ਪੀੜ੍ਹੀਆਂ ਤੋਂ ਉਹ ਕਹਿੰਦਾ ਇੱਕ ਝੂਠ ਦੀ ਦੁਕਾਨ ਹੈ ਔਰ ਮੈਂ ਇਸ ਨੂੰ ਖਤਮ ਕਰਨਾ ਚਾਹੁੰਦਾ ਸੀ, ਪਰ ਮੇਰੇ ਕੋਲ ਸੱਤਾ ਨਾ ਹੋਣ ਕਰਕੇ ਮੈਂ ਇਹਨੂੰ ਖਤਮ ਨਹੀਂ ਕਰ ਸਕਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦੇ ਵਿੱਚ ਬਹੁਤ ਵੱਡਾ ਹੱਥ ਸ਼ੇਖ ਅਹਿਮਦ ਸਰਹੰਦੀ ਤੇ ਫਰੀਦ ਬੁਖਾਰੀ ਦਾ ਹੈ ਤੇ ਨਾਲ ਜਹਾਂਗੀਰ ਦਾ, ਜਿਹੜਾ ਆਪ ਤਵੱਸਬੀ ਨੀਤੀ ਦਾ ਮਾਲਕ ਸੀ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇੱਧਰ ਗੁਰਗੱਦੀ 'ਤੇ ਬੈਠੇ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋ ਚੁੱਕੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਹੁੰਦਾ ਹੈ। ਉੱਧਰ ਕੀ ਹੋਇਆ ਵੀ ਖੁਸਰੋ ਨੇ ਬਗਾਵਤ ਕਰ ਦਿੱਤੀ, ਜਹਾਂਗੀਰ ਦੇ ਪੁੱਤਰ ਨੇ। ਉਹ ਕੈਦ ਵਿੱਚੋਂ ਨਿਕਲ ਕੇ ਭੱਜਿਆ ਹੈ। ਆਗਰੇ ਤੋਂ ਕੁਝ ਸਾਥੀਆਂ ਨੂੰ ਨਾਲ ਲਿਆ, ਕੁਝ ਦਿੱਲੀ ਤੋਂ, ਤੇ ਕੁਝ ਫੌਜ ਨੂੰ ਲੈ ਕਰਕੇ ਉਹ ਪੰਜਾਬ ਵੱਲ ਵਧਿਆ। ਜਹਾਂਗੀਰ ਨੇ ਫੌਜਾਂ ਉਹਦੇ ਪਿੱਛੇ ਲਾ ਦਿੱਤੀਆਂ। ਉਹ ਜਦੋਂ ਪੰਜਾਬ ਆਇਆ ਤੇ ਬਿਆਸ ਦਾ ਪਤਨ ਲੰਘ ਕੇ ਤਰਨ ਤਾਰਨ ਸਾਹਿਬ ਪੁੱਜਾ, ਗੁਰੂ ਅਰਜਨ ਦੇਵ ਜੀ ਦੇ ਕੋਲ।
ਸੁਭਾਵਕ ਹੈ ਗੁਰੂ ਘਰ ਦੇ ਵਿੱਚ ਲੰਗਰ ਚੱਲਦਾ ਹੈ, ਉਹਨੇ ਪ੍ਰਸ਼ਾਦਾ ਛਕਿਆ ਹੋਵੇਗਾ। ਉਹਨੇ ਮਦਦ ਮੰਗੀ ਸੀ, ਸਤਿਗੁਰੂ ਨੇ 5000 ਰੁਪਈਆ ਉਸ ਨੂੰ ਦਿੱਤਾ। ਔਰ ਜਦੋਂ ਉਸਨੇ ਵਧੇਰੇ ਮਦਦ ਵਾਸਤੇ ਕਿਹਾ ਵੀ ਮੈਨੂੰ ਲੱਖਾਂ ਰੁਪਈਆ ਚਾਹੀਦਾ, ਮਹਾਰਾਜ ਕਹਿੰਦੇ ਨਹੀਂ, ਇੰਨਾ ਰੁਪਈਆ ਨਹੀਂ ਦਿੱਤਾ ਜਾ ਸਕਦਾ, ਸੰਗਤ ਦਾ ਪੈਸਾ ਹੈ, ਤੁਹਾਡੀ ਰਾਜਗੱਦੀ ਦੀ ਆਪਸੀ ਲੜਾਈ ਹੈ, ਅਸੀਂ ਇਹਦੇ ਵਿੱਚ ਨਹੀਂ ਪੈਣਾ। ਖੁਸਰੋ ਜਿਹੜਾ ਸੀ ਇੱਥੋਂ ਅਗਾਂਹ ਚਲਿਆ ਗਿਆ। ਜਹਾਂਗੀਰ ਦੀਆਂ ਫੌਜਾਂ ਉਹਦੇ ਪਿੱਛੇ ਲੱਗੀਆਂ ਹੋਈਆਂ ਸੀ, ਪਿੱਛੇ ਪਿੱਛੇ ਜਹਾਂਗੀਰ ਵੀ ਆ ਪਾ ਰਿਹਾ ਸੀ। ਸੋਧਰੇ ਦੇ ਪੱਤਣ ਤੇ ਜਾ ਕਰਕੇ ਇਹ ਖੁਸਰੋ ਦੇ ਸਾਥੀ ਫੜੇ ਜਾਂਦੇ ਹੈ, ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਇਹਦੇ ਕੁਝ ਸਾਥੀਆਂ ਨੂੰ ਖੋਤੇ ਦੇ ਚੰਮ ਦੇ ਵਿੱਚ ਮੜ ਕੇ ਮਾਰਿਆ ਜਾਂਦਾ ਹੈ। ਖੁਸਰੋ ਨੂੰ ਲੰਮਾ ਸਮਾਂ ਕੈਦ ਰੱਖਿਆ ਜਾਂਦਾ ਹੈ, ਫਿਰ ਇਹਦੀ ਮੌਤ ਹੁੰਦੀ ਹੈ। ਜਹਾਂਗੀਰ ਜਦੋਂ ਲਾਹੌਰ ਪੁੱਜਦਾ ਹੈ ਤੇ ਫਿਰ ਵਿਰੋਧੀ ਜਿਹੜੇ ਨੇ ਗੁਰੂ ਘਰ ਦੇ, ਉਹ ਜਹਾਂਗੀਰ ਦੇ ਕੰਨ ਭਰਦੇ ਹੈ। ਬਾਦਸ਼ਾਹ ਜਹਾਂਗੀਰ, ਗੁਰੂ ਅਰਜਨ ਦੇਵ ਨੇ ਖੁਸਰੋ ਦੀ ਮਦਦ ਕੀਤੀ ਹੈ, ਉਹਦੇ ਮੱਥੇ ਤੇ ਤਿਲਕ ਲਾਇਆ ਹੈ, ਉਹਨੂੰ ਆਸ਼ੀਰਵਾਦ ਦਿੱਤਾ ਹੈ, ਸਾਰੀਆਂ ਝੂਠੀਆਂ ਗੱਲਾਂ ਬਣਾ ਬਣਾ ਕੇ ਦੱਸੀਆਂ। ਬਾਦਸ਼ਾਹ ਲੋਕ ਖਾਸ ਕਰਕੇ ਕੰਨਾਂ ਦੇ ਕੱਚੇ ਹੁੰਦੇ ਹੈ, ਝੱਟ ਯਕੀਨ ਕਰ ਲੈਂਦੇ। ਉਥੋਂ ਜਹਾਂਗੀਰ ਉਹਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਕੀਤੇ। ਲਿਖਿਆ ਵੀ ਘਰ ਘਾਟ ਸਭ ਕੁਝ ਇਹਨਾਂ ਦਾ ਮੁਰਤਜ਼ਾ ਖਾਂ ਦੇ ਹਵਾਲੇ ਕੀਤਾ ਜਾਏ ਔਰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਜਾਏ। ਹੋਰ ਜਿਹੜੇ ਵਿਰੋਧੀ ਸੀ ਉਹਨਾਂ ਨੇ ਕਿਹਾ ਜੋ ਉਹਨਾਂ ਨੇ ਗ੍ਰੰਥ ਲਿਖਿਆ ਉਹਦੇ ਵਿੱਚ ਪੈਗੰਬਰ ਦੀ ਸਿਫਤ ਲਿਖਵਾਓ। ਜਹਾਂਗੀਰ ਕਹਿੰਦਾ ਠੀਕ ਹੈ। ਸੱਚੇ ਪਾਤਸ਼ਾਹ ਦੀ ਗ੍ਰਿਫਤਾਰੀ ਦੇ ਵਾਰੰਟ ਆਉਂਦੇ ਹੈ। ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਅਸੀਂ ਆਪ ਹੀ ਲਾਹੌਰ ਆ ਜਾਂਦੇ ਹਾਂ। ਪਤਾ ਸੀ ਸਤਿਗੁਰੂ ਨੂੰ ਵੀ ਹੁਣ ਭਾਣਾ ਵਾਪਰਨਾ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸਤਿਗੁਰੂ ਮਹਾਰਾਜ ਗੁਰਸਿੱਖਾਂ ਨੂੰ ਮਿਲਦੇ ਹੈ, ਇਕੱਤਰਤਾ ਹੁੰਦੀ ਹੈ, ਸੰਗਤਾਂ ਨੂੰ ਉਪਦੇਸ਼ ਦਿੰਦੇ ਹੈ। ਸਿਆਣੇ ਸੂਝਵਾਨ ਜਿਹੜੇ ਸਿੱਖ ਨੇ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਇਤਿਆਦਿਕ ਸਿੱਖਾਂ ਨੂੰ ਕੋਲ ਬਿਠਾ ਕਰਕੇ ਤੇ ਆਪਣੇ ਸਾਹਿਬਜ਼ਾਦਾ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਕੋਲ ਬਿਠਾ ਕੇ ਬਚਨ ਕਹਿੰਦੇ ਹੈ। ਪੁੱਤਰ ਜੀ, ਬਾਬਾ ਬੁੱਢਾ ਸਾਹਿਬ ਵੱਲ ਇਸ਼ਾਰਾ ਕਰਕੇ ਕਹਿੰਦੇ ਇਹ ਆਦਿ ਗੁਰੂ ਨਾਨਕ ਸਾਹਿਬ ਵੇਲੇ ਦੇ ਸਿੱਖ ਹਨ। ਕੋਈ ਵੀ ਕੰਮ ਗੁਰੂ ਘਰ ਦਾ ਕਰਨਾ ਜਾਂ ਕਿਸੇ ਕਾਰਜ ਦੀ ਆਰੰਭਤਾ ਕਰਨੀ, ਇਹਨਾਂ ਦੀ ਸਲਾਹ ਜ਼ਰੂਰ ਲੈਣੀ, ਬਾਬਾ ਬੁੱਢਾ ਸਾਹਿਬ ਦੀ, ਭਾਈ ਗੁਰਦਾਸ ਦੀ। ਤੇ ਗੁਰੂ ਹਰਗੋਬਿੰਦ ਸਾਹਿਬ ਦਾ ਹੱਥ ਬਾਬਾ ਬੁੱਢਾ ਸਾਹਿਬ ਦੇ ਹੱਥ ਵਿੱਚ ਫੜਾਇਆ। ਇਹਨਾਂ ਸਿੱਖਾਂ ਦੀ ਸਲਾਹ ਦੇ ਨਾਲ ਚੱਲਣਾ ਹੈ। ਗੁਰਿਆਈ ਦੀ ਜ਼ਿੰਮੇਵਾਰੀ ਸੌਂਪੀ ਸਤਿਗੁਰੂ ਨੇ। ਪਤਾ ਸੀ ਮਹਾਰਾਜ ਜੀ ਨੂੰ ਵੀ ਲਾਹੌਰ ਜਦੋਂ ਅਸੀਂ ਚਲੇ ਗਏ ਤੇ ਵਾਪਸ ਨਹੀਂ ਆਉਣਾ। 5 ਸਿੱਖਾਂ ਨੂੰ ਸਤਿਗੁਰੂ ਨੇ ਲਾਹੌਰ ਨਾਲ ਲਿਜਾਣ ਵਾਸਤੇ ਲਿਆ ਹੈ। ਬਾਬਾ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਪੈੜਾ ਜੀ, ਭਾਈ ਪਿਰਾਣਾ ਜੀ ਤੇ ਭਾਈ ਲੰਗਾ ਜੀ, ਇਹ 5 ਸਿੱਖ ਸਤਿਗੁਰੂ ਦੇ ਨਾਲ ਤਿਆਰ ਹੋਏ ਹੈ। ਮਹਾਰਾਜ ਗੁਰੂ ਅਰਜਨ ਦੇਵ ਜੀ ਆਪਣੇ ਮਹਿਲ ਸਤਿਕਾਰਯੋਗ ਮਾਤਾ ਗੰਗਾ ਜੀ ਨੂੰ ਮਿਲੇ। ਮਿਲ ਕੇ ਅੰਤਮ ਉਪਦੇਸ਼ ਦਿੱਤਾ, ਸੰਸਾਰ ਵਿੱਚ ਕੋਈ ਵੀ ਵਸਤੂ ਸਥਿਰ ਨਹੀਂ ਹੈ ਔਰ ਜੋ ਵੀ ਇੱਥੇ ਆਇਆ ਉਹ ਸੰਸਾਰ ਤੋਂ ਜਾਂਦਾ ਹੈ। ਪਰ ਜੇ ਧਰਮ ਸੱਚ ਦੇ ਮਾਰਗ ਤੇ ਚੱਲਦਾ ਹੋਇਆ ਦੁਨੀਆ ਤੋਂ ਰੁਖਸਤ ਹੋਵੇ ਤਾਂ ਪ੍ਰਭੂ ਦੀ ਉਹਦੇ ਤੇ ਬਹੁਤ ਪ੍ਰਸੰਨਤਾ ਹੁੰਦੀ ਹੈ। ਸਤਿਗੁਰੂ ਨੂੰ ਨਮਸਕਾਰ ਕੀਤੀ ਮਾਤ ਗੰਗਾ ਜੀ ਨੇ
ਆਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੇ, ਮੱਥਾ ਟੇਕਿਆ, ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ। ਸੰਗਤਾਂ ਮਹਾਰਾਜ ਨੂੰ ਵਿਦਾ ਕਰਨ ਵਾਸਤੇ ਆਈਆਂ। ਭਾਵੇਂ ਸੰਗਤ ਨਾਲ ਜਾਣਾ ਚਾਹੁੰਦੀ ਸੀ, ਪਰ ਸਤਿਗੁਰੂ ਨੇ ਸਾਰਿਆਂ ਨੂੰ ਮੋੜ ਦਿੱਤਾ। 5 ਸਿੱਖਾਂ ਨੂੰ ਨਾਲ ਲੈ ਕੇ ਮਹਾਰਾਜ ਲਾਹੌਰ ਪਹੁੰਚਦੇ ਹੈ। ਪਹਿਲੋਂ ਮਹਾਰਾਜ ਉੱਥੇ ਇੱਕ ਸਿੱਖ ਦੇ ਘਰੇ ਜਾ ਕੇ, ਉਹਦੀ ਭਾਵਨਾ ਸੀ ਸਤਿਗੁਰੂ ਘਰ ਆਉਣ, ਉਹਨੂੰ ਉਪਦੇਸ਼ ਦਿੰਦੇ, ਨਿਹਾਲ ਕਰਦੇ ਹੈ। ਫਿਰ ਆਪ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਲਾਹੌਰ ਸਰਕਾਰੀ ਦਰਬਾਰ ਉੱਥੇ ਪੁੱਜਦੇ ਹੈ। ਸਿੱਖਾਂ ਸਮੇਤ ਮਹਾਰਾਜ ਪਹੁੰਚਦੇ ਹੈ। ਹਕੂਮਤ ਵੱਲੋਂ, ਜਹਾਂਗੀਰ ਵੱਲੋਂ ਕੁਝ ਗੱਲਾਂ ਸਤਿਗੁਰੂ ਨੂੰ ਕਹੀਆਂ ਜਾਂਦੀਆਂ ਨੇ। ਸਭ ਤੋਂ ਪਹਿਲੀ ਗੱਲ ਕਹੀ ਗਈ ਕਿ ਜੋ ਹਕੂਮਤ ਦਾ ਬਾਗੀ ਖੁਸਰੋ ਹੈ, ਤੁਸੀਂ ਉਹਦੀ ਮਦਦ ਕੀਤੀ ਹੈ। ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ, ਅਸੀਂ ਖੁਸਰੋ ਦੀ ਕੋਈ ਮਦਦ ਨਹੀਂ ਕੀਤੀ। ਕਈ ਉੱਥੇ ਗੱਲਾਂ ਕਰਨ ਵਾਲੇ ਸਨ, ਚੁਗਲੀਆਂ ਲਾਉਣ ਵਾਲੇ, ਇਹਨਾਂ ਨੇ ਤਿਲਕ ਲਾਇਆ, ਖੁਸਰੋ ਨੂੰ ਆਸ਼ੀਰਵਾਦ ਦਿੱਤਾ, ਜਦੋਂ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਕੋਈ ਐਸੀ ਰੀਤ ਨਹੀਂ ਸੀ। ਸਿਰਫ ਗੁਰਗੱਦੀ ਵੇਲੇ ਤਿਲਕ ਲਾਇਆ ਜਾਂਦਾ ਸੀ। ਜੋ ਖੁਸਰੋ ਦੀ ਮਦਦ ਦਾ ਬਹਾਨਾ ਬਣਾਇਆ ਗਿਆ, ਕੁਝ ਇਤਿਹਾਸਕਾਰਾਂ ਨੇ ਜ਼ਿਕਰ ਜ਼ਰੂਰ ਕੀਤਾ, ਪਰ ਭਾਈ ਵੀਰ ਸਿੰਘ ਦੀ ਖੋਜ ਕਹਿੰਦੀ ਹੈ ਖੁਸਰੋ ਮਹਾਰਾਜ ਨੂੰ ਮਿਲਿਆ ਹੀ ਨਹੀਂ, ਆਇਆ ਹੀ ਨਹੀਂ। ਪਰ ਜੇ ਤੁਸੀਂ ਮੰਨ ਵੀ ਲਓ ਵੀ ਉਹ ਆਇਆ, ਤਰਨ ਤਾਰਨ ਸਾਹਿਬ ਮਿਲਿਆ, ਜਿੱਥੇ ਲੱਖਾਂ ਸੰਗਤਾਂ ਆਉਂਦੀਆਂ, ਲੰਗਰ 'ਚੋਂ ਉਹਨੇ ਵੀ ਪ੍ਰਸ਼ਾਦਾ ਛਕਿਆ ਹੋਵੇਗਾ, ਮੱਥਾ ਟੇਕਿਆ, ਚਲਿਆ ਗਿਆ, ਗੱਲ ਇੰਨੀ ਸੀ। ਪਰ ਇਸ ਗੱਲ ਨੂੰ ਇੰਨਾ ਵੱਡਾ ਬਣਾ ਕੇ ਪੇਸ਼ ਕੀਤਾ ਵੀ ਹਕੂਮਤ ਦੇ ਬਾਗੀ ਨੂੰ ਪਨਾਹ ਦਿੱਤੀ ਹੈ, ਮਦਦ ਕੀਤੀ ਹੈ। ਔਰ ਇਹ ਗੱਲ ਕਹੀ ਗਈ, ਤੁਸੀਂ 1 ਲੱਖ ਰੁਪਈਆ ਹਕੂਮਤ ਉਹਨੂੰ ਖੁਸਰੋ ਨੂੰ ਦਿੱਤਾ ਹੈ, ਤੁਹਾਨੂੰ 2 ਲੱਖ ਦਾ ਜੁਰਮਾਨਾ ਲਾਇਆ ਜਾਂਦਾ ਹੈ। ਇਹ ਪੈਸਾ ਤੁਹਾਨੂੰ ਭਰਨਾ ਪੈਣਾ ਹੈ। ਮਹਾਰਾਜ ਕਹਿੰਦੇ, ਅਸੀਂ ਕੋਈ ਪੈਸਾ ਖੁਸਰੋ ਨੂੰ ਦਿੱਤਾ ਨਹੀਂ। ਸੰਗਤ ਦਾ ਪੈਸਾ ਇਹਨਾਂ ਰਾਜਸੀ ਕੰਮਾਂ ਵਾਸਤੇ ਬਰਬਾਦ ਕਰਨ ਲਈ ਨਹੀਂ ਹੈ। ਔਰ ਜੇ ਤੁਸੀਂ ਇਹ ਗੱਲ ਕਹੋ ਕਿ 2 ਲੱਖ ਦਾ ਮੈਂ ਜੁਰਮਾਨਾ ਭਰਾਂ ਤੇ ਛੱਡ ਦਿੱਤਾ ਜਾਏਗਾ ਮੈਨੂੰ, ਸਤਿਗੁਰੂ ਕਹਿੰਦੇ ਕਦਾਚਿਤ ਨਹੀਂ। ਸੰਗਤ ਦਾ ਪੈਸਾ ਸੰਗਤ ਵਾਸਤੇ ਹੀ ਹੈ। ਫਿਰ ਦੂਜੀ ਗੱਲ ਹਕੂਮਤ ਵੱਲੋਂ ਕਹੀ ਗਈ, ਤੁਸੀਂ ਜੋ ਗ੍ਰੰਥ ਲਿਖਿਆ ਹੈ ਉਹਦੇ ਵਿੱਚ ਸਾਡੇ ਪੈਗੰਬਰ ਦੀ ਸਿਫਤ ਸਲਾਹ ਲਿਖੋ। ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਹੈ, ਇਹ ਸਾਰਾ ਕੁਝ ਅਕਾਲ ਪੁਰਖ ਦੇ ਹੁਕਮ ਦੇ ਅਨੁਸਾਰ ਲਿਖਿਆ ਹੈ, ਤੇ ਇਸ ਗ੍ਰੰਥ ਦੇ ਵਿੱਚ ਜੋ ਸ਼ਬਦ ਲਿਖੇ ਨੇ, ਨਾ ਕੋਈ ਇਹਦੇ ਵਿੱਚ ਵਾਧਾ ਕਰ ਸਕਦਾ, ਨਾ ਕੋਈ ਇਹਦੇ 'ਚੋਂ ਸ਼ਬਦ ਬਾਹਰ ਕੱਢਿਆ ਜਾ ਸਕਦਾ ਹੈ। ਨਾ ਅਸੀਂ ਇਸਲਾਮ ਦੀ, ਨਾ ਕਿਸੇ ਹੋਰ ਧਰਮ ਦੀ ਤੌਹੀਨ ਲਿਖੀ ਇਸ ਗ੍ਰੰਥ ਵਿੱਚ। ਇਹਦੇ ਵਿੱਚ ਸੱਚ ਲਿਖਿਆ ਹੈ, ਸੱਚ ਦੀ ਵਿਆਖਿਆ ਹੈ, ਸੱਚ ਤੋਂ ਸਿਵਾ ਕੁਛ ਨਹੀਂ। ਜੇ ਸਾਡੇ ਪੈਗੰਬਰ ਦੀ ਸਿਫਤ ਨਹੀਂ ਲਿਖੋਗੇ ਤਾਂ ਫਿਰ ਮੌਤ ਵਾਸਤੇ ਤਿਆਰ ਹੋ ਜਾਓ। ਮਹਾਰਾਜ ਕਹਿੰਦੇ ਮੌਤ ਤਾਂ ਆਉਣੀ ਹੈ, ਅੱਜ ਨਹੀਂ ਤੇ ਭਲਕ ਨੂੰ। ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸੇ ਹੋਰ ਦੀ ਸਿਫਤ ਨਹੀਂ ਲਿਖੀ ਜਾ ਸਕਦੀ, ਸਿਰਫ ਅਕਾਲ ਪੁਰਖ ਪਰਮਾਤਮਾ ਦੀ ਹੀ ਸਿਫਤ ਲਿਖੀ ਹੈ। ਜੇ ਇਹਦੇ ਵਿੱਚ ਸਿਫਤ ਪੈਗੰਬਰ ਦੀ ਨਹੀਂ ਲਿਖਣੀ, ਫਿਰ ਕਹਿੰਦੇ ਇਸਲਾਮ ਨੂੰ ਕਬੂਲ ਕਰੋ। ਸਤਿਗੁਰੂ ਜੀ ਕਹਿੰਦੇ ਕਦਾਚਿਤ ਨਹੀਂ ਹੋ ਸਕਦਾ। ਅਸੀਂ ਇਸਲਾਮ ਦੇ ਵਿਰੋਧੀ ਨਹੀਂ, ਪਰ ਇਸਲਾਮ ਨੂੰ ਕਬੂਲ ਨਹੀਂ ਕਰਾਂਗੇ। ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਸੰਪਾਦਨਾ ਕਰਵਾ ਰਹੇ ਸਨ ਅੰਮ੍ਰਿਤਸਰ ਸਾਹਿਬ ਰਾਮਸਰ ਦੀ ਧਰਤੀ 'ਤੇ, ਤਾਂ ਉਸ ਵੇਲੇ ਲਾਹੌਰ ਤੋਂ 4 ਭਗਤ ਆਏ ਸੀ, ਕਾਨਾ, ਪੀਲੂ, ਛੱਜੂ ਤੇ ਸ਼ਾਹ ਹੁਸੈਨ। ਇਹਨਾਂ ਨੇ ਆ ਕੇ ਇਹ ਗੱਲ ਕਹੀ ਸੀ ਮਹਾਰਾਜ ਗੁਰੂ ਅਰਜਨ ਦੇਵ ਜੀ ਨੂੰ ਵੀ ਤੁਸੀਂ ਕਈ ਐਸੇ ਭਗਤ ਜਿਹੜੇ ਦੁਨੀਆ ਤੋਂ ਰੁਖਸਤ ਹੋ ਚੁੱਕੇ ਨੇ, ਉਹਨਾਂ ਦੇ ਬੋਲ ਇਸ ਗ੍ਰੰਥ ਵਿੱਚ ਲਿਖ ਦਿਓ, ਸਾਡੀ ਵੀ ਬਾਣੀ ਲਿਖੋ। ਪਾਤਸ਼ਾਹ ਜੀ ਕਹਿੰਦੇ ਜੇ ਗੁਰਮਤ ਅਨੁਸਾਰ ਹੋਵੇਗੀ ਜ਼ਰੂਰ ਲਿਖਾਂਗੇ। ਉਹਨਾਂ ਨੇ ਆਪੋ ਆਪਣੇ ਬੋਲ ਸੁਣਾਏ। ਸਤਿਗੁਰੂ ਨੇ ਜਦੋਂ ਸੁਣੇ, ਮਹਾਰਾਜ ਕਹਿੰਦੇ ਨਹੀਂ,
ਇਹ ਗੁਰਮਤਿ ਆਸ਼ੇ ਦੇ ਅਨੁਕੂਲ ਨਹੀਂ ਹਨ। ਉਹਨਾਂ ਦੇ ਬੋਲਾਂ ਨੂੰ ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖਿਆ। ਜਿਹੜਾ ਕਾਨ੍ਹਾ ਸੀ ਇਹ ਚੰਦੂ ਦੇ ਚਾਚੇ ਦਾ ਪੁੱਤ ਭਰਾ ਸੀ। ਇਹਨਾਂ ਦਾ ਵੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਵਿੱਚ ਵੱਡਾ ਹੱਥ ਰਿਹਾ। ਚੰਦੂ ਨੂੰ ਮੌਕਾ ਮਿਲ ਗਿਆ, ਭਾਵੇਂ ਉਹ ਛੋਟਾ ਜਿਹਾ ਕਾਰਨ ਸੀ, ਉਹਦੀ ਲੜਕੀ ਦਾ ਰਿਸ਼ਤਾ ਮੋੜਨਾ ਕੋਈ ਏਡਾ ਵੱਡਾ ਕਾਰਨ ਨਹੀਂ ਸੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਚੰਦੂ ਦੀ ਹਵੇਲੀ ਵਿੱਚ ਗ੍ਰਿਫਤਾਰ ਕਰਕੇ ਰੱਖਿਆ ਜਾਂਦਾ ਹੈ। 5 ਦਿਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤਸੀਹੇ ਦਿੱਤੇ ਜਾਂਦੇ ਹੈ। ਜਿਹੜੇ ਨਾਲ ਸਿੱਖ 5 ਗਏ ਸੀ ਉਹਨਾਂ ਨੂੰ ਵੱਖਰਿਆਂ ਕਰਕੇ ਕੈਦ ਕਰ ਲਿਆ ਜਾਂਦਾ, ਰੱਸਿਆਂ ਨਾਲ ਬੰਨ੍ਹ ਦਿੱਤਾ ਜਾਂਦਾ ਹੈ ਤੇ ਮਹਾਰਾਜ ਗੁਰੂ ਅਰਜਨ ਦੇਵ ਜੀ ਨੂੰ ਚੰਦੂ ਦੀ ਹਵੇਲੀ ਵਿੱਚ ਰੱਖ ਕੇ ਤਸੀਹੇ ਦੇਣੇ ਸ਼ੁਰੂ ਕਰਦੇ ਹੈ। ਸਭ ਤੋਂ ਪਹਿਲਾਂ ਮਹਾਰਾਜ ਨੂੰ ਭੁੱਖਾ ਰੱਖਿਆ ਗਿਆ। ਚੰਦੂ ਨੇ ਆਪ ਸਿਪਾਹੀਆਂ ਨੂੰ ਕਿਹਾ ਵੀ ਨਾ ਇਹਨਾਂ ਨੂੰ ਸੌਣ ਦੇਣਾ ਹੈ, ਨਾ ਲੰਮੇ ਪੈਣ ਦੇਣਾ ਹੈ, ਨਾ ਪਾਣੀ ਨਾ ਰੋਟੀ, ਕੁਛ ਨਹੀਂ ਦੇਣਾ। ਪਹਿਲੇ ਦਿਨ ਸਤਿਗੁਰੂ ਮਹਾਰਾਜ ਜੀ ਨੂੰ ਭੁੱਖੇ ਰੱਖਿਆ, ਨਾ ਰਾਤ ਸੌਣ ਦਿੱਤਾ ਗਿਆ। ਮਹਾਰਾਜ ਜੀ ਪਰਮਾਤਮਾ ਦਾ ਨਾਮ ਜਪਦੇ ਰਹੇ। ਦੂਸਰੇ ਦਿਨ ਚੰਦੂ ਆਇਆ ਹੈ। ਉਹਨੇ ਪਹਿਲਾਂ ਆਪਣੀ ਗੱਲ ਕਹੀ, ਮੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰੋ, ਬਾਕੀ ਜੋ ਹਕੂਮਤ ਕਹਿੰਦੀ ਹੈ 2 ਲੱਖ ਜੁਰਮਾਨਾ ਦੇਵੋ ਤੇ ਗ੍ਰੰਥ ਦੇ ਵਿੱਚ ਪੈਗੰਬਰ ਦੀ ਸਿਫਤ ਲਿਖੋ। ਮਹਾਰਾਜ ਕਹਿੰਦੇ ਅਸੀਂ ਪਹਿਲਾਂ ਕਹਿ ਚੁੱਕਾ, ਇਹ ਕੁਛ ਨਹੀਂ ਹੋਣਾ, ਅਸੀਂ ਤਾਂ ਸ਼ਹਾਦਤ ਵਾਸਤੇ ਤਿਆਰ ਹਾਂ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਨੂੰ ਦੇਗ ਦੇ ਵਿੱਚ ਬਿਠਾਇਆ ਗਿਆ। ਦੇਗ ਸਮਝਦੇ ਹੋ, ਵੱਡਾ ਸਾਰਾ ਪਤੀਲਾ ਹੁੰਦਾ ਹੈ, ਪਾਣੀ ਜਿਹਦੇ ਵਿੱਚ ਉਬਾਲਿਆ ਜਾਂਦਾ ਹੈ। ਉਹ ਵੱਡੇ ਚੁੱਲ੍ਹੇ 'ਤੇ ਰੱਖ ਕੇ ਹੇਠਾਂ ਅੱਗ ਬਾਲੀ ਗਈ ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਤਸੀਹੇ ਦਿੱਤੇ ਗਏ। ਤੇ ਇੱਕ ਗੱਲ ਹੋਰ ਮੈਂ ਆਪ ਜੀ ਨੂੰ ਦੱਸਾਂ ਵੀ ਜਹਾਂਗੀਰ ਨੇ ਇਹ ਹੁਕਮ ਕੀਤਾ ਸੀ, ਯਾਸਾ ਦੇ ਕਾਨੂੰਨ ਮੁਤਾਬਕ ਇਹਨਾਂ ਨੂੰ ਸਜ਼ਾ ਦੇਣੀ ਹੈ। ਯਾਸਾ ਦਾ ਕਾਨੂੰਨ ਕੀ ਹੁੰਦਾ ਹੈ? 1218 ਦੇ ਵਿੱਚ ਚੰਗੇਜ਼ ਖਾਂ ਨੇ ਆਪਣੀ ਵਿਧਾਨ ਸਭਾ ਦੇ ਵਿੱਚ ਇਹ ਕਾਨੂੰਨ ਲਿਆਂਦਾ ਸੀ ਕਿ ਜਦੋਂ ਕਿਸੇ ਬੰਦਗੀ ਵਾਲੇ ਫਕੀਰ ਨੂੰ ਕਤਲ ਕਰਨਾ ਹੋਵੇ ਤਾਂ ਉਹਨੂੰ ਇਸ ਢੰਗ ਦੇ ਨਾਲ ਕਤਲ ਕੀਤਾ ਜਾਏ ਵੀ ਉਹਦੇ ਖੂਨ ਦਾ ਇੱਕ ਵੀ ਤੁਪਕਾ ਧਰਤੀ 'ਤੇ ਨਾ ਡਿੱਗੇ। ਔਰ ਉਹਨਾਂ ਦੀ ਇਹ ਮਨੌਤ ਸੀ ਵੀ ਇਹਦਾ ਖੂਨ ਜੇ ਧਰਤੀ 'ਤੇ ਡੁੱਲੇਗਾ ਤਾਂ ਉਸ ਖੂਨ ਦੇ ਵਿੱਚੋਂ ਕਈ ਹੋਰ ਉਹਦੇ ਵਰਗੇ ਪੈਦਾ ਹੋਣਗੇ। ਮਹਾਰਾਜ ਜੀ ਨੂੰ ਪਹਿਲੋਂ ਦੇਗ ਦੇ ਵਿੱਚ ਪਾਣੀ ਗਰਮ ਕਰਕੇ ਪਾਣੀ ਉਬਾਲਿਆ ਗਿਆ। ਸਤਿਗੁਰੂ ਦੇ ਸਰੀਰ ਨੂੰ ਬਹੁਤ ਜ਼ਿਆਦਾ ਕਸ਼ਟ ਦਿੱਤਾ। ਮਹਾਰਾਜ ਸ਼ਾਂਤ ਰਹੇ। ਗੁਰੂ ਅਰਜਨ ਦੇਵ ਜੀ ਚੰਦੂ ਵਾਰ-ਵਾਰ ਕਹਿੰਦਾ ਪਰ ਸਤਿਗੁਰੂ ਇਨਕਾਰ ਕਰਦੇ ਹੈ। ਦੇਗ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ। ਸਤਿਗੁਰੂ ਦਾ ਸਰੀਰ ਮਾਸ ਟਲਕਦਾ ਹੈ ਹੱਡੀਆਂ ਨਾਲੋਂ। ਦੂਜੇ ਦਿਨ ਫੇਰ ਜਦੋਂ ਇਹ ਤਸੀਹੇ ਦੂਜੇ ਦਿਨ ਦਿੱਤੇ ਗਏ, ਦੂਜੇ ਦਿਨ ਰਾਤ ਬਤੀਤ ਹੋਈ, ਤੀਜੇ ਦਿਨ ਫੇਰ ਚੰਦੂ ਆਉਂਦਾ ਹੈ। ਫਿਰ ਸਤਿਗੁਰੂ ਨੂੰ ਉਹੀ ਰਟੀਆਂ ਰਟਾਈਆਂ ਗੱਲਾਂ ਕਹਿੰਦਾ ਹੈ। ਮਹਾਰਾਜ ਇਨਕਾਰ ਕਰ ਦਿੰਦੇ ਹੈ। ਹੁਣ ਉਹ ਰੇਤ ਤੱਤਾ ਕਰਵਾ ਕੇ ਸਤਿਗੁਰੂ ਦੇ ਤਨ ਦੇ ਉੱਤੇ, ਸਰੀਰ ਦੇ ਉੱਤੇ ਪਵਾਉਂਦਾ ਹੈ। ਤੀਜੇ ਦਿਨ ਵੀ ਸਤਿਗੁਰੂ ਨੂੰ ਇਸ ਤਰ੍ਹਾਂ ਕਸ਼ਟ ਦਿੱਤੇ ਗਏ। ਫਿਰ ਚੰਦੂ ਵਾਪਸ ਜਾਂਦਾ ਹੈ। ਚੌਥੇ ਦਿਨ ਚੰਦੂ ਕੀ ਕਰਦਾ ਹੈ? ਇੱਕ ਤਵੀ, ਲੋਹੇ ਦੀ ਤਵੀ, ਉਹ ਵੱਡੇ ਚੁੱਲ੍ਹੇ 'ਤੇ ਰੱਖ ਕੇ ਗਰਮ ਕੀਤੀ ਜਾਂਦੀ ਹੈ ਤੇ ਗੁਰੂ ਅਰਜਨ ਦੇਵ ਜੀ ਨੂੰ ਉਹਦੇ 'ਤੇ ਬਿਠਾਇਆ ਜਾਂਦਾ ਹੈ। ਨਾਲ ਤੱਤਾ ਗਰਮ ਰੇਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸੀਸ ਦੇ ਵਿੱਚ ਪਾਇਆ ਜਾਂਦਾ ਹੈ।
ਸਤਿਗੁਰੂ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਰੱਬੀ ਭਾਣੇ ਦੇ ਵਿੱਚ ਬਾਣੀ ਦੇ ਸ਼ਬਦ ਪੜ੍ਹਦਿਆਂ ਹੋਇਆਂ ਸਤਿਗੁਰੂ ਟਿਕੇ ਰਹਿੰਦੇ, ਸ਼ਾਂਤ ਰਹਿੰਦੇ ਹੈ। ਅੱਤ ਦੇ ਤਸੀਹੇ ਦਿੱਤੇ ਗਏ ਹਕੂਮਤ ਵੱਲੋਂ, ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਡੁਲਾ ਨਹੀਂ ਸਕੇ। ਜਦੋਂ ਸਤਿਗੁਰੂ ਨੂੰ ਇਹ ਤਸੀਹੇ ਦਿੱਤੇ ਜਾ ਰਹੇ ਸੀ, ਸਾਈਂ ਮੀਆਂ ਮੀਰ ਨੂੰ ਪਤਾ ਲੱਗਦਾ ਹੈ, ਕਿਉਂਕਿ ਸਾਈਂ ਮੀਆਂ ਮੀਰ ਨੂੰ ਬਹੁਤ ਲੋਕ ਮੰਨਦੇ ਸੀ ਔਰ ਹਕੂਮਤ, ਸਰਕਾਰੀ ਦਰਬਾਰੀ ਲੋਕ, ਸਿਪਾਹੀ ਵੀ ਉਹਨੂੰ ਸਿਜਦਾ ਕਰਦੇ ਸੀ। ਸਾਈਂ ਮੀਆਂ ਮੀਰ ਜਦੋਂ ਆਇਆ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਹਾਲ ਵੇਖਿਆ, ਉਹ ਤੋਂ ਰਿਹਾ ਨਾ ਗਿਆ, ਉਹ ਰੋ ਪਿਆ। ਸਤਿਗੁਰੂ ਇੰਨਾ ਵੱਡਾ ਕਹਿਰ। ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਸਾਈਂ ਮੀਆਂ ਮੀਰ ਨੂੰ ਕਿਹਾ ਸੀ, ਸਾਈਂ ਮੀਆਂ ਮੀਰ, ਚੇਤੇ ਕਰੋ ਤੁਸੀਂ ਇੱਕ ਸਮੇਂ ਮੇਰੇ ਪਾਸੋਂ ਸੁਖਮਨੀ ਸਾਹਿਬ ਜੀ ਦੀ 8ਵੀਂ ਤੇ 9ਵੀਂ ਪੌੜੀ ਦੇ ਭਾਵ-ਅਰਥ ਪੁੱਛੇ ਸਨ, ਤੇ ਤੁਸੀਂ ਨਾਲ ਇਹ ਵੀ ਪੁੱਛਿਆ ਸੀ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਕਿ ਇਹ ਇਸ ਤਰ੍ਹਾਂ ਸੱਚ ਹੋ ਸਕਦਾ ਹੈ? ਤੇ ਅਸੀਂ ਤੁਹਾਨੂੰ ਕਿਹਾ ਸੀ ਵੀ ਹਾਂ, ਇਹਦੇ ਅਰਥ ਕੋਈ ਸਮਾਂ ਆਵੇਗਾ ਕਰਕੇ ਵਿਖਾਵਾਂਗੇ। ਅੱਜ ਉਹ ਅਰਥ ਸਾਰੇ ਤੇਰੇ ਸਾਹਮਣੇ ਅਸੀਂ ਕਰਕੇ ਵਿਖਾ ਰਹੇ ਹਾਂ, ਸ਼ਾਂਤ ਰਹੋ। ਕਹਿੰਦਾ ਸਤਿਗੁਰੂ ਆਗਿਆ ਦੇਵੋ, ਮੈਂ ਆਪਣੀ ਰੂਹਾਨੀ ਤਾਕਤ ਦੇ ਨਾਲ ਇਸ ਹਕੂਮਤ ਨੂੰ ਖਤਮ ਕਰ ਦਿਆਂ। ਪਾਤਸ਼ਾਹ ਨੇ ਕਿਹਾ ਨੇਤਰ ਬੰਦ ਕਰ। ਉਹਨੇ ਨੇਤਰ ਬੰਦ ਕੀਤੇ। ਕੀ ਵੇਖਦਾ ਹੈ? ਅਨੇਕਾਂ ਹੀ ਅਦ੍ਰਿਸ਼ ਤਾਕਤਾਂ ਮਹਾਰਾਜ ਦੇ ਕੋਲੋਂ ਆਗਿਆ ਮੰਗਦੀਆਂ ਪਈਆਂ ਨੇ, ਸਤਿਗੁਰੂ ਹੁਕਮ ਦੇਵੋ ਅਸੀਂ ਇਹਨਾਂ ਨੂੰ ਤਬਾਹ ਕਰੀਏ। ਪਾਤਸ਼ਾਹ ਜੀ ਕਹਿੰਦੇ ਨਹੀਂ, ਰੱਬੀ ਭਾਣੇ ਵਿੱਚ ਰਹੋ। ਇੱਥੇ ਇੱਕ ਅਦੀਬ ਦੇ ਬੋਲ ਹਨ ਕਿ ਜਦੋਂ ਸਾਈਂ ਮੀਆਂ ਮੀਰ ਮਹਾਰਾਜ ਦੇ ਕੋਲ ਆਉਂਦਾ ਹੈ, ਚਾਰੋਂ ਤਰਫ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ। ਸਾਈਂ ਮੀਆਂ ਮੀਰ ਡਿੱਠਾ ਹਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋ ਪਿਆ ਚੀਖ ਤੇ ਤਾਂ ਹੀ ਮਾਰਦਾ। ਤੱਕ ਸਤਿਗੁਰੂ ਕਿਹਾ ਸਾਈਂ ਜੀ, ਛੋਡਹੁ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਜਲ ਰਹਾ, ਹਮ ਸ਼ਾਂਤ ਹੈ ਹਰ ਨਾਮ ਸੇ। ਇਸ ਚੰਮ ਦੇ ਨਾਲ ਪ੍ਰੀਤ ਨਾ ਕਰੋ, ਇਹ ਤਾਂ ਬਾਹਰੋਂ ਤਪਾਉਂਦੇ ਨੇ, ਪਰ ਮੈਂ ਅੰਦਰੋਂ ਮਨ ਕਰਕੇ ਰੱਬ ਦਾ ਨਾਮ ਜਪਦਿਆਂ ਹੋਇਆਂ ਸ਼ਾਂਤ ਹਾਂ। ਤਵੀ ਦੇ ਹੇਠਾਂ ਅੱਗ ਬਾਲੀ ਗਈ, ਸਤਿਗੁਰੂ ਅਡੋਲ ਬੈਠੇ ਨੇ। ਸਤਿਗੁਰੂ ਦੇ ਤਨ ਦਾ ਮੁਬਾਰਕ ਲੱਤਾਂ ਚਰਨਾਂ ਦਾ ਮਾਸ ਉਸ ਲੋਹੇ ਦੀ ਤਵੀ ਨਾਲ ਜੁੜ ਗਿਆ, ਪਰ ਫਿਰ ਵੀ ਮਹਾਰਾਜ ਜੀ ਸ਼ਾਂਤ ਰਹੇ। ਗੁਰੂ ਅਰਜਨ ਦੇਵ ਜੀ, ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਇਕੱਲਾ ਚੌਰ ਹੀ ਆਪਣੇ ਸੀਸ ਤੇ ਨਹੀਂ ਕਰਵਾਇਆ, ਸਤਿਗੁਰੂ ਨੇ ਤੱਤਾ ਰੇਤ ਵੀ ਆਪਣੇ ਸੀਸ ਵਿੱਚ ਪਵਾਇਆ ਹੈ। ਜਿਹਦੇ ਸੀਸ ਤੇ ਕਦੇ ਸੀ ਕਲਸ ਝੁੱਲਦੇ, ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ, ਉਹ ਕਈ ਪਹਿਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤਮਈ ਦੇ ਪੂਰਨੇ ਪਾ ਰਿਹਾ ਸੀ। ਖਾ ਕੇ ਦੇਗ ਦੇ ਵਿੱਚ ਉਬਾਲਿਆਂ ਨੂੰ ਸਤਨਾਮ ਵਾਹਿਗੁਰੂ ਮੁਖੋਂ ਗਾ ਰਿਹਾ ਸੀ। ਕਹਿਣਾ ਸੌਖਾ ਤੇ ਸੁਣਨਾ ਵੀ ਬੜਾ ਸੌਖਾ, ਔਖੀ ਗੱਲ ਹੈ ਅਮਲ ਕਮਾਉਣ ਵਾਲੀ, ਉਹ ਤਾਂ ਆਤਮਾ ਹੀ ਕੇਵਲ ਰੱਬ ਦੀ ਸੀ, ਤਤੀ ਤਵੀ ਤੇ ਸੁਖਮਨੀ ਗਾਉਣ ਵਾਲੀ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਇਹ ਗੱਲਾਂ ਕਰਨੀਆਂ ਬਹੁਤ ਸੁਖ ਵਾਲੀਆਂ ਨੇ। ਤਤੀ ਤਵੀ ਤੇ ਬਹਿ ਕੇ ਮਾਰ ਬੈਠੇ ਨੇ, ਚੌਂਕੜਾ ਲਾ ਕੇ ਸ਼ਹੀਦ ਹੋਏ, ਪਰ ਕਦੇ ਉਸ ਦ੍ਰਿਸ਼ ਨੂੰ ਅੱਖਾਂ ਦੇ ਸਾਹਮਣੇ ਲਿਆ ਕੇ ਵੇਖੀਏ। ਨੇਤਰ ਭਰੇ ਆਉਂਦੇ ਨੇ, ਸਤਿਗੁਰੂ ਇੰਨਾ ਵੱਡਾ ਜ਼ੁਲਮ ਹੋ ਰਿਹਾ ਹੈ, ਆਪ ਰੱਬੀ ਭਾਣੇ ਵਿੱਚ ਟਿਕੇ ਹੋ। ਇੱਥੇ ਇੱਕ ਕਵੀ ਦੇ ਸ਼ਬਦ ਹਨ, ਉਹ ਲਿਖਦਾ ਹੈ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਹਾਦਤ ਦਾ ਐਸਾ ਬੂਟਾ ਲਾਇਆ ਹੈ, ਗੁਰੂ ਅਰਜਨ ਦੇਵ ਜੀ ਨੇ,
ਇਸ ਸ਼ਹਾਦਤ ਦੇ ਬੂਟੇ ਦਾ ਇੱਕ ਫਲ ਚਾਂਦਨੀ ਚੌਂਕ ਦੇ ਵਿੱਚ ਉੱਥੇ ਟੁੱਟੇਗਾ। ਖਿੜੇ ਹੋਏ ਦੋ ਫੁੱਲ ਚਮਕੌਰ ਵਿੱਚ ਜੂਝਣਗੇ ਤੇ ਅੱਧ ਖਿੜੇ ਫੁੱਲ ਸਰਹੰਦ ਦੀਆਂ ਨੀਹਾਂ ਦੇ ਵਿੱਚ ਉਹਨਾਂ ਨੂੰ ਚਿਣ ਦਿੱਤਾ ਜਾਵੇਗਾ। ਪਰ ਇਸ ਸ਼ਹਾਦਤ ਦੇ ਦਰਖਤ ਦੇ ਉੱਤੇ ਸਦਾ ਬਹਾਰ ਬਣੀ ਰਹੇਗੀ। ਖਿਜ਼ਾ ਨੇ, ਪਤਝੜ ਨੇ ਇਹਦੇ ਨੇੜੇ ਨਹੀਂ ਟੁਕਣਾ। ਗੁਰੂ ਅਰਜਨ ਦੇਵ ਮਹਾਰਾਜ ਜੀ, ਸਤਿਗੁਰੂ ਨੂੰ ਸ਼ਹੀਦਾਂ ਦਾ ਸਰਤਾਜ ਕਿਹਾ ਜਾਂਦਾ ਹੈ। ਉਹ ਵਿਦਵਾਨ ਕਵੀ ਲਿਖਦਾ ਹੈ, ਥੋੜ੍ਹੇ ਦਿਨਾਂ ਵਿੱਚ ਹੀ ਫੁੱਲ ਇਸ ਦੇ ਖਿਲਰ ਜਾਣਗੇ ਇਉਂ ਸੰਸਾਰ ਅੰਦਰ। ਕੋਈ ਚਾਂਦਨੀ ਚੌਂਕ ਨੂੰ ਭਾਗ ਲਾਸੀ, ਚੜ੍ਹ ਕੇ ਦੇਸ਼ ਦਰਦ ਦੇ ਪਿਆਰ ਅੰਦਰ। ਮਹਿਕ ਉੱਠੂ ਚਮਕੌਰ ਦੀ ਜੂਹ ਸਾਰੀ, ਮਹਿਕ ਉੱਠੂ ਚਮਕੌਰ ਦੀ ਜੂਹ ਸਾਰੀ। ਟੁੱਟੇ ਜਦੋਂ ਦੋ ਰੁੱਤ ਬਹਾਰ ਅੰਦਰ, ਅੱਧ ਖਿੜੇ ਹੀ ਤੋੜ ਕੇ ਟਾਹਣੀਆਂ ਨਾਲੋਂ, ਚਿਣ ਦੇਵੇਗਾ ਕੋਈ ਦੀਵਾਰ ਅੰਦਰ। ਲੱਗੀ ਰਹੇਗੀ ਸਦਾ ਬਹਾਰ ਇਸ ਤੇ, ਲਾਗੇ ਖਿਜ਼ਾ ਨੇ ਇਹਦੇ ਟੁਕਣਾ ਨਹੀਂ। ਲੱਗੀ ਔੜ ਤੇ ਇਹਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਕਦੇ ਮੁੱਕਣਾ ਨਹੀਂ। ਸ਼ਹੀਦ ਇਸ ਦਰਖਤ ਨੂੰ ਸਮੇਂ-ਸਮੇਂ ਖੂਨ ਪਾ ਕੇ ਸਿੰਜਦੇ ਹੈ। ਜੂਨ 84 ਦਾ ਅਸੀਂ ਵੇਖਦੇ ਹਾਂ ਘੱਲੂਘਾਰਾ ਕੌਮ ਨੇ ਆਪਣੇ ਪਿੰਡੇ 'ਤੇ ਹੰਡਾਇਆ। ਉਦੋਂ ਵੀ 3 ਜੂਨ ਨੂੰ ਗੁਰੂ ਅਰਜਨ ਦੇਵ ਜੀ ਦਾ ਸ਼ਹਾਦਤ ਦਿਨ ਸੀ। 38 ਵਰ੍ਹੇ ਹੋ ਗਏ ਨੇ, ਜ਼ਖਮ ਅਜੇ ਵੀ ਅੱਲੇ ਨੇ। ਤੇ ਹਿੰਦੁਸਤਾਨ ਦੇ ਮੱਥੇ 'ਤੇ ਕਲੰਕ ਇਹ ਕਦੇ ਲੱਥੇਗਾ ਨਹੀਂ। ਜੋ ਘਾਣ ਹਿੰਦ ਹਕੂਮਤ ਨੇ ਕੀਤਾ। ਮਹਾਰਾਜ ਗੁਰੂ ਅਰਜਨ ਦੇਵ ਜੀ ਸ਼ਾਂਤ ਰਹੇ। 5 ਦਿਨ ਲਗਾਤਾਰ ਸਤਿਗੁਰੂ ਨੂੰ ਤਸੀਹੇ ਦਿੱਤੇ ਗਏ ਤੇ ਸੱਚੇ ਪਾਤਸ਼ਾਹ ਜੀ 5ਵੇਂ ਦਿਨ ਚੰਦੂ ਆਉਂਦਾ ਹੈ, ਪੁੱਛਦਾ ਹੈ ਅਜੇ ਵੀ ਮੰਨ ਜਾਓ। ਸਤਿਗੁਰੂ ਸੀਸ ਹਿਲਾ ਕੇ ਇਨਕਾਰ ਕਰਦੇ ਹੈ। ਫਿਰ ਆਖਰੀ ਇੱਛਾ ਪੁੱਛੀ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਰਾਵੀ 'ਤੇ ਇਸ਼ਨਾਨ ਕਰਨ ਵਾਸਤੇ ਕਹਿੰਦੇ ਹੈ। ਚੰਦੂ ਸੋਚਦਾ ਹੈ ਸ਼ਾਇਦ ਹੁਣ ਇਹ ਡੋਲ ਜਾਣ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਮਾਂ ਨੇੜੇ ਜਾਣ ਕੇ ਰਾਵੀ 'ਤੇ ਇਸ਼ਨਾਨ ਕਰਨ ਦੀ ਜਦ ਗੱਲ ਕਹੀ, ਆਗਿਆ ਦੇ ਦਿੱਤੀ ਗਈ। ਸਖਤ ਪਹਿਰੇ ਲਾਏ ਗਏ, ਲਾਹੌਰ ਦੇ ਸਿੱਖਾਂ ਨੂੰ ਨਾ ਪਤਾ ਲੱਗੇ। 5 ਸਿੱਖ ਨੇ ਸਤਿਗੁਰੂ ਦੇ ਨਾਲ, ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਹਾਰਾ ਦੇ ਕਰਕੇ ਰਾਵੀ ਵੱਲ ਨੂੰ ਲੈ ਤੁਰੇ ਹੈ। ਤੁਰਿਆ ਨਹੀਂ ਸੀ ਜਾਂਦਾ। ਸਿੱਖਾਂ ਨੇ ਸਤਿਗੁਰੂ ਨੂੰ ਵੱਡਾ ਸਹਾਰਾ ਦਿੱਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੱਜ ਰਸਨਾ ਕਹਿ ਰਹੀ ਸੀ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਬੈਰੀ ਨਾਹੇ ਬੇਗਾਨਾ, ਸਗਲ ਸੰਗ ਹਮ ਕੋ ਬਨੇ ਆਈ। ਪਾਤਸ਼ਾਹ ਰਾਵੀ ਦੇ ਕੰਢੇ ਪੁੱਜੇ ਹੈ। ਮਹਾਰਾਜ ਨੇ ਇਸ਼ਨਾਨ ਕੀਤਾ ਹੈ, ਜਪਜੀ ਸਾਹਿਬ ਦਾ ਪਾਠ ਕੀਤਾ ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਹੀ ਰਾਵੀ ਦੇ ਕੰਢੇ ਜਪਜੀ ਸਾਹਿਬ ਦਾ ਪਾਠ ਕਰਨ ਤੋਂ ਉਪਰੰਤ ਤਨ 'ਤੇ ਬਸਤਰ ਲੈ ਕੇ ਲੰਮੇ ਪੈ ਗਏ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ 5 ਭੌਤਿਕ ਸਰੀਰ ਦਾ ਤਿਆਗ ਕਰ ਦਿੱਤਾ। ਜੇਠ ਸੁਦੀ ਚੌਥ ਨੂੰ ਬਿਕਰਮੀ ਸੰਮਤ 1662 ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਹੋਈ ਤੇ ਇੱਥੇ ਹੀ ਰਾਵੀ ਦੇ ਕੰਢੇ 'ਤੇ ਹੋਰ ਲਾਹੌਰ ਦੇ ਸਿੱਖਾਂ ਨੂੰ ਜਦੋਂ ਪਤਾ ਲੱਗਾ ਆਏ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ। 5 ਸਿੱਖ ਵਾਪਸ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਆ ਜਾਂਦੇ ਹੈ ਤੇ ਮਹਾਰਾਜ ਜੀ ਦੀ ਸ਼ਹਾਦਤ ਦੀ ਖਬਰ ਦਿੰਦੇ ਹੈ। ਮਾਤ ਗੰਗਾ ਜੀ ਬਹੁਤ ਵੈਰਾਗ ਕਰਦੇ ਹੈ।
ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ, ਐਸੀ ਸ਼ਹਾਦਤ ਗੁਰੂ ਹਰਗੋਬਿੰਦ ਸਾਹਿਬ ਜੀ ਤਖਤ ਰਚ ਕੇ ਤਖਤ ਤੇ ਸੁਭਾਇਮਾਨ ਹੁੰਦੇ ਹੈ। ਪੀਰੀ ਤਾਂ ਸੀ ਗੁਰੂ ਘਰ ਦੇ ਵਿੱਚ, ਮਹਾਰਾਜ ਸ਼ਹਾਦਤ ਦੇ ਕਰਕੇ ਮੀਰੀ ਵੀ ਲੈ ਕੇ ਆਉਂਦੇ ਹੈ। ਮੀਰੀ ਪੀਰੀ ਦੀਆਂ ਫਿਰ ਸ੍ਰੀ ਸਾਹਿਬਾਂ ਧਾਰਨ ਕਰਦੇ ਹੈ, ਸਿੱਖਾਂ ਨੂੰ ਸ਼ਸਤਰਧਾਰੀ ਬਣਾਉਂਦੇ ਹੈ ਸਤਿਗੁਰੂ ਜੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੀ ਸ਼ਹਾਦਤ ਨੂੰ ਕੋਟਾਨ ਕੋਟ ਵਾਰ ਸਿਜਦਾ ਹੈ। ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕਰੀਏ, ਸਤਿਗੁਰੂ ਦੀ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਦਾ ਜਾਪ ਕਰਿਆ ਕਰੀਏ। ਇੰਨੀ ਵੱਡੀ ਸ਼ਹਾਦਤ ਇਤਿਹਾਸ ਦੇ ਵਿੱਚ ਕਿਧਰੇ ਵੀ ਮਿਲਦੀ ਨਹੀਂ ਹੈ ਜੋ ਸ਼ਹਾਦਤ ਗੁਰੂ ਅਰਜਨ ਦੇਵ ਜੀ ਦੀ ਹੈ। ਸਤਿਗੁਰੂ ਮਿਹਰ ਕਰਨ, ਭੁੱਲਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।